ਰੋਜ਼ਾਨਾ ਲੋਕ ਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੀ। 2022 ਦੀਆਂ ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਉਵੇਂ ਉਵੇਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਕੋਈ ਆਪਣੇ ਰੁੱਸੇ ਲੀਡਰਾਂ ਨੂੰ ਮਨਾ ਰਿਹਾ ਹੈ ਤੇ ਕੋਈ ਬਾਗੀ ਹੋਏ ਲੀਡਰਾਂ ਨੂੰ ਘੇਰ ਕੇ ਆਪਣੀ ਪਾਰਟੀ ਦੇ ਵਿੱਚ ਦੁਬਾਰਾ ਤੋਂ ਸ਼ਾਮਿਲ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਵੀ ਨੇ ਜੋ ਆਪਣੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕੁਝ ਨਾਰਾਜ਼ ਚੱਲਦੇ ਆ ਰਹੇ ਨੇ। ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਕਾਂਗਰਸ ਤੋਂ ਵੱਖ ਹੋ ਸਕਦੇ ਨੇ। ਤਾਂ ਦੂਜੇ ਪਾਸੇ ਅਕਾਲੀ ਦਲ ਤੋਂ ਵੱਖ ਹੋਏ ਢੀਂਡਸਾ ਗਰੁੱਪ, ਆਮ ਆਦਮੀ ਪਾਰਟੀ, ਬ੍ਰਹਮਪੁਰਾ ਗਰੁੱਪ, ਆਮ ਆਦਮੀ ਪਾਰਟੀ ਤੋਂ ਵੱਖ ਹੋਏ ਜਿਹੜੇ ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਇਹ ਸਾਰੇ ਇਕੱਠੇ ਹੋ ਕੇ ਗੱਲਬਾਤ ਕਰਦੇ ਨੇ, ਬਿਆਨ ਦਿੰਦੇ ਰਹਿੰਦੇ ਨੇ ਅਕਸਰ ਮੀਡੀਆ ਦੇ ਵਿੱਚ ਕਿ ਸਾਰੀਆਂ ਹਮਖਿਆਲੀ ਪਾਰਟੀਆਂ ਦੇ ਨਾਲ ਰਲ ਕੇ ਇੱਕ ਨਵਾਂ ਫਰੰਟ ਬਣਾਇਆ ਜਾਊਗਾ ਤਾਂ ਜੋ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਵੱਡੇ ਪੱਧਰ ਤੇ ਟੱਕਰ ਦਿੱਤੀ ਜਾ ਸਕੇ। ਇਹਨਾਂ ਸਭ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਨਵਜੋਤ ਸਿੰਘ ਸਿੱਧੂ ਹੈ। ਇਹ ਸਾਰੇ ਲੋਕ ਜਿਹੜੇ ਹੈ ਇਹ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਤੋਂ ਬਾਹਰ ਆਵੇ ਅਤੇ ਸਾਡੀ ਅਗਵਾਈ ਕਰੇ ਤਾਂ ਜੋ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਤਗੜਾ ਕਰਕੇ ਇਹਨਾਂ ਦੇ ਬਰਾਬਰ ਦਾ ਇੱਕ ਲੀਡਰ ਖੜਾ ਕਰ ਸਕੀਏ। ਕਿ ਵਾਕਈ ਹੀ ਇਹ ਹਮਖਿਆਲੀਆਂ ਪਾਰਟੀਆਂ ਜਿਹੜੀਆਂ ਨੇ ਆਪਸ ਦੇ ਵਿੱਚੋਂ ਕੋਈ ਕਾਂਗਰਸ ਦੇ ਵਿੱਚੋਂ ਵੱਖ ਹੋਈ ਹੈ, ਕੋਈ ਆਪਾਂ ਕਹਿ ਦਈਏ ਜਾਂ ਆਮ ਆਦਮੀ ਪਾਰਟੀ ਦੇ ਵਿੱਚੋਂ ਵੱਖ ਹੋਈ ਹੈ ਜਾਂ ਫਿਰ ਅਕਾਲੀ ਦਲ ਦੇ ਵਿੱਚੋਂ ਵੱਖ ਹੋਈ ਹੈ, ਇਹ ਵਾਕਈ ਹੀ ਰਲ ਕੇ ਇੱਕ ਨਵਾਂ ਫਰੰਟ ਤਿਆਰ ਕਰ ਸਕਦੀਆਂ ਨੇ ਕਿ ਵਾਕਈ ਇਹ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਜਿਹੜੇ ਇਹ ਸਾਰੇ ਬੰਦੇ ਹੈਗੇ ਆ ਕਬੂਲਣ ਨੂੰ ਤਿਆਰ ਨੇ ਕਿ ਨਵਜੋਤ ਸਿੰਘ ਸਿੱਧੂ ਵਾਕਈ ਕਾਂਗਰਸ ਛੱਡ ਕੇ ਇਹਨਾਂ ਦੀ ਅਗਵਾਈ ਕਰਨਗੇ। ਇਸ ਬਾਬਤ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸਰਦਾਰ ਕੁਲਵੰਤ ਸਿੰਘ ਪੰਨੂ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕ ਨਾਥ। ਧੰਨਵਾਦ ਵੀਰ ਜੀ, ਬਹੁਤ ਬਹੁਤ। ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਵਾ। ਤੁਸੀਂ ਮੈਨੂੰ ਆਪਣੇ ਸਰੋਤਿਆਂ ਦੇ ਰੂਬਰੂ ਕਰਕੇ ਸਾਡੇ ਪੰਜਾਬ ਦੀ ਭਲਾਈ ਵਾਸਤੇ ਲੋਕਾਂ ਨੂੰ ਜਗਾਉਂਦੇ ਜੇ, ਇਹ ਬੜੀ ਵੱਡੀ ਸੇਵਾ ਵਾ। ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਹਾਂ। ਧੰਨਵਾਦ। ਤਾਂ ਪੰਨੂ ਸਾਹਿਬ, ਗੱਲਬਾਤ ਕਰੀਏ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜੀਆਂ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਵੱਖ ਹੋ ਕੇ ਪਾਰਟੀਆਂ ਬਣੀਆਂ ਨੇ, ਚਾਹੇ ਉਹ ਢੀਂਡਸਾ ਗਰੁੱਪ ਹੋਵੇ, ਚਾਹੇ ਉਹ ਬ੍ਰਹਮਪੁਰਾ ਹੋਵੇ, ਚਾਹੇ ਉਹ ਲੋਕ ਇਨਸਾਫ ਪਾਰਟੀ ਹੋਵੇ, ਚਾਹੇ ਸੁਖਪਾਲ ਸਿੰਘ ਹੋਵੇ, ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਇਹ ਲੋਕ ਜਿਹੜੇ ਆ ਵਾਰ-ਵਾਰ ਸਿੱਧੂ ਨੂੰ ਆਵਾਜ਼ਾਂ ਮਾਰ ਰਹੇ ਆ ਕਿ ਤੂੰ ਬਾਹਰ ਆ ਕਾਂਗਰਸ ਤੋਂ ਤੇ ਸਾਡੀ ਅਗਵਾਈ ਵੀ ਕਰਨ ਨੂੰ ਜੇ ਤੂੰ ਤਿਆਰ ਹੋਵੇਂ ਤਾਂ ਅਸੀਂ ਤੇਰੇ ਮਗਰ ਲੱਗਣ ਨੂੰ ਵੀ ਤਿਆਰ ਆ। ਕੀ ਲੱਗਦਾ ਹੈ ਕਿ ਵਾਕਈ ਇਸ ਫਰੰਟ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਕਰ ਸਕਦੇ ਆ? ਸਭ ਤੋਂ ਪਹਿਲਾਂ ਇਸ ਤੇ ਗੱਲ ਕਰੀਏ ਕਿ ਵਾਕਈ ਇਹ ਫਰੰਟ ਤਿਆਰ ਹੋ ਸਕਦਾ ਹੈ ਕਿਉਂਕਿ ਵੱਖ-ਵੱਖ ਪਾਰਟੀਆਂ ਤੋਂ ਵੱਖ-ਵੱਖ ਲੀਡਰ ਆਏ ਹੋਏ ਨੇ, ਵੱਖ-ਵੱਖ ਸੋਚ ਲੈ ਕੇ ਚੱਲੇ ਹੋਏ ਨੇ। ਬੇਸ਼ੱਕ ਉਹ ਇੱਕੋ ਗੱਲ ਕਹਿ ਰਹੇ ਹੋਣ ਕਿ ਅਸੀਂ ਜਿਹੜੇ ਆ ਪੰਜਾਬ ਦਾ ਭਲਾ ਚਾਹੁੰਦੇ ਆ, ਸਾਡਾ ਏਜੰਡਾ ਇੱਕ ਹੈ, ਪਰ ਆਪਾਂ ਦੇਖਦੇ ਹਾਂ ਕਿ ਵੱਖ-ਵੱਖ ਥਾਵਾਂ ਦੇ ਉੱਪਰ ਜਦੋਂ ਵੀ ਇਹਨਾਂ ਦੇ ਵੱਲੋਂ ਕੋਈ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਇੱਕ ਅੱਧੀ ਸੀਟ ਨੂੰ ਵੀ ਲੈ ਕੇ ਇਹਨਾਂ ਦਾ ਆਪਸੀ ਰੌਲਾ ਪੈ ਜਾਂਦਾ ਹੈ। ਇਹ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਸਾਰੇ ਰੌਲੇ ਭੁਲਾ ਕੇ ਸਾਰੇ ਆਪਣੇ ਜਿਹੜੀ ਨਿੱਜੀ ਹਿੱਤ ਹੁੰਦੇ ਆ ਉਹਨਾਂ ਨੂੰ ਛੱਡ ਕੇ ਇਹ ਬਾਕੀ ਪੰਜਾਬ ਦੇ ਲਈ ਇਹ ਵੱਡਾ ਇੱਕ ਸਿਆਸੀ ਫਰੰਟ ਬਣਾ ਸਕਦੇ ਆ। ਸਿੱਧੂ ਸਾਹਿਬ, ਜਿਹੜਾ ਸਿਆਸੀ ਕੋਈ ਵੀ ਬਣਦਾ ਵਾ ਉਹ ਲੋਕਾਂ ਨਾਲੋਂ ਕੁਝ ਅਗਾਂਹ ਵਧੂ ਹੁੰਦਾ ਵਾ ਤੇ ਪ੍ਰਮਾਤਮਾ ਨੇ ਉਸ ਨੂੰ ਸ਼ਕਤੀ ਵੀ ਲੋਕਾਂ ਦੀ ਸੇਵਾ ਭਾਵਨਾ ਵਾਸਤੇ ਦਿੱਤੀ ਹੁੰਦੀ ਹੈ। ਪਰ ਸਮੇਂ ਮੁਤਾਬਕ ਸਮੇਂ ਦੀ ਜਾਂ ਰਫਤਾਰ ਲਾ ਲਓ ਜਾਂ ਇਨਸਾਨ ਹੀ ਇਸ ਤਰ੍ਹਾਂ ਦਾ ਹੋ ਗਿਆ, ਜਿਹੜੇ ਸਾਡੇ ਆਗੂ ਹਨ ਉਹ ਬੜੇ ਲਾਲਚੀ ਹੋ ਗਏ ਨੇ। ਤੇ ਆਪਾਂ ਗੱਲ ਸਿੱਧੂ ਸਾਹਿਬ ਦੀ ਸਾਰੇ ਹੀ ਕਰ ਰਹੇ ਹਨ। ਸਿੱਧੂ ਨੂੰ ਵੀ 10-15 ਸਾਲ ਖਿਡਾਰੀ ਹੋਣ ਤੋਂ ਬਾਅਦ ਸਿਆਸਤ ਵਿੱਚ ਆਉਣ ਦਾ ਮੌਕਾ ਮਿਲਿਆ। ਜਿੰਨੇ ਇਨਸਾਨ ਇਸ ਵੇਲੇ ਆਵਾਜ਼ਾਂ ਮਾਰ ਰਹੇ ਹਨ ਸਾਰੇ ਤਕਰੀਬਨ 1-1, 2-2, 4-4 ਵਾਰੀ MLA ਬਣ ਚੁੱਕੇ ਹਨ। ਭਾਵੇਂ ਉਹ ਢੀਂਡਸਾ ਸਾਹਿਬ ਹੋਣ, ਭਾਵੇਂ ਉਹ ਬ੍ਰਹਮਪੁਰਾ ਸਾਹਿਬ ਹੋਣ, ਭਾਵੇਂ ਸੁੱਚਾ ਸਿੰਘ ਛੋਟੇਪੁਰ ਹੋਣੀ ਹੋਣ ਤੇ ਜਾਂ ਹੋਰ ਜਿੰਨੇ ਵੀ ਇਨਸਾਨ ਪੰਜਾਬ ਦੇ ਵਾਸਤੇ ਇਸ ਵੇਲੇ ਚੰਗਾ ਸੋਚ ਰਹੇ ਹਨ। ਸਿਆਸਤ ਇੱਕ ਇਹੋ ਜਿਹੀ ਚੀਜ਼ ਹੈ ਕਿ ਇਸ ਨਾਲ ਜੇਕਰ ਇਮਾਨਦਾਰੀ ਨਾਲ ਇਨਸਾਨ ਕੰਮ ਕਰੇ ਤੇ ਮਨੁੱਖੇ ਜੀਵਨ ਤੋਂ ਬਹੁਤ ਹੀ ਵੱਧ ਲੋੜਾਂ ਇਹਦੇ ਵਿੱਚ ਪੂਰੀਆਂ ਹੋ ਜਾਂਦੀਆਂ ਹਨ। ਮਾਨ ਸਤਿਕਾਰ ਵੀ ਮਿਲਦਾ ਹੈ ਤੇ ਇਹਨਾਂ ਦੀਆਂ ਤਨਖਾਹਾਂ ਵੀ ਚੰਗੀਆਂ ਹਨ। ਤੇਲ ਪੱਤੇ ਤੇ ਹੋਰ ਪਾ ਲਾ ਕੇ ਜਿੰਨਾ ਮਨੁੱਖ ਨੂੰ ਜਿਉਣ ਦੀ ਲੋੜ ਹੈ
ਉਸ ਤੋਂ ਬਹੁਤ ਕੁਝ ਵੱਧ ਹੋ ਜਾਂਦਾ ਹੈ। ਜਿਹੜੀ ਸਿਆਸੀ ਲੋਕਾਂ ਦੀ ਇਸ ਵੇਲੇ ਬਦਨਾਮੀ ਹੋ ਰਹੀ ਹੈ ਉਹ ਇਹੀ ਹੈ ਕਿ ਇਹ ਮਨੁੱਖੀ ਜੀਵਨ ਦੇ ਵਿੱਚੋਂ ਬਹੁਤ ਦੂਰ ਜਾ ਰਹੇ ਹਨ। ਸਿੱਧੂ ਸਾਹਿਬ ਨੂੰ ਇਸ ਕਰਕੇ ਆਵਾਜ਼ਾਂ ਪੈ ਰਹੀਆਂ ਹਨ ਕਿ ਉਹ ਬੇਬਾਕ ਇਨਸਾਨ ਹੈ। ਜਦੋਂ ਜਿੱਥੇ ਵੀ ਬੋਲਦਾ ਹੈ ਸੱਚ ਦੀ ਆਵਾਜ਼ ਉਠਾਉਂਦਾ ਹੈ। ਜਿਸ ਤਰ੍ਹਾਂ ਤੁਸੀਂ ਐਤਕੀ ਵਿਧਾਨ ਸਭਾ ਦੇ ਵਿੱਚ ਉਹ ਇਨਸਾਨ ਕਿਸ ਤਰ੍ਹਾਂ ਤਰਲੇ ਮਾਰਦਾ ਰਿਹਾ ਕਿ ਅਸੀਂ ਲੋਕਾਂ ਦੇ ਨਾਲ ਕੁਝ ਵਾਅਦੇ ਕੀਤੇ ਹਨ ਉਹ ਪੂਰੇ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਾਅਦਾ ਪੂਰਾ ਨਹੀਂ ਹੋ ਰਿਹਾ, ਲੋਕ ਸਾਨੂੰ ਕੀ ਆਖਣਗੇ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਇਹ ਕਦੀ ਇਸ ਧਰਮ ਨੂੰ ਮੰਨਦਾ ਹੈ, ਕਦੀ ਇਸ ਨੂੰ ਨਹੀਂ। ਧਰਮ ਸਾਰੇ ਹੀ ਅੱਛੇ ਹਨ, ਪਰ ਉਹਨਾਂ ਵਿੱਚ ਦੀ ਮਨੁੱਖਤਾ ਵੇਖਣੀ ਹੈ ਕਿ ਮਨੁੱਖਤਾ ਕੀ ਹੈ। ਸਿੱਧੂ ਨੇ ਮਨੁੱਖਤਾ ਨੂੰ ਪਾਲਿਆ ਹੈ ਤੇ ਉਹ ਇਸ ਕਰਕੇ ਸਾਰੇ ਹੀ ਇਨਸਾਨ ਜਦੋਂ ਉਹਦੀ ਆਵਾਜ਼ ਨਿਕਲਦੀ ਹੈ ਤੇ ਉਸ ਨੂੰ ਪਸੰਦ ਕਰਦੇ ਨੇ। ਤੇ ਜੇਕਰ ਉਹ ਲੋਕਾਂ ਦੀ ਆਵਾਜ਼ ਨੂੰ ਪਛਾਣੇ ਤੇ ਉਸ ਨੂੰ ਇੱਕ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਪੰਜਾਬ ਦੀ ਸਿਆਸਤ ਇੱਕ ਵੱਖਰੀ ਸਿਆਸਤ ਹੈ। ਜੀ, ਨਹੀਂ ਤੁਹਾਨੂੰ ਲੱਗਦਾ ਕਿ ਫਰੰਟ ਬਣ ਪਾਏਗਾ? ਜਿੰਨੇ ਲੋਕ ਦੁਖਿਆਰੇ ਹਨ ਜਾਂ ਲੋਕਾਂ ਦੀ ਜੋ ਹਾਲਤ ਹੋਈ ਹੈ ਜਾਂ ਜੋ ਮੀਡੀਆ ਰੋਜ਼ ਦੱਸ ਰਿਹਾ ਹੈ, ਵੋਟਰਾਂ ਦੇ ਮਨ ਬਣ ਚੁੱਕੇ ਹਨ। ਪਰ ਬਦਕਿਸਮਤੀ ਹੈ ਕਿ ਜਿਹੜੇ ਸਾਡੇ ਸਿਆਸੀ ਆਗੂ ਵੱਖਰੀਆਂ ਵੱਖਰੀਆਂ ਪਾਰਟੀਆਂ ਵਿੱਚ ਕੰਮ ਕਰ ਰਹੇ ਹਨ ਉਹ ਸਿਰਫ ਆਪਣੀ ਰਾਜ ਭਾਗ ਦੀ ਸ਼ੋਹਰਤ ਨੂੰ ਪੂਰਾ ਹੀ ਕਰਦੇ ਹਨ। ਉਹਨਾਂ ਦੇ ਵਿੱਚ ਇਹ ਹੈ ਕਿ ਕਿਸ ਤਰ੍ਹਾਂ ਜਿੱਥੇ ਮੈਂ ਖਲੋਵਾਂ ਉਹ ਪਾਰਟੀ ਜਿੱਤ ਜਾਵੇ ਤੇ ਮੈਨੂੰ ਰਾਜ ਭਾਗ ਕਰਨ ਦਾ ਮੌਕਾ ਮਿਲ ਜਾਵੇ। ਜੇਕਰ ਲੋਕਾਂ ਦੀ ਨਬਜ਼ ਨੂੰ ਪਛਾਣਨ, ਲੀਡਰ ਪਛਾਣਨ ਤੇ ਜਿੱਤਾਂ ਹਾਰਾਂ ਤੇ ਲੋਕਾਂ ਨੇ ਹੀ ਕਰਾਉਣੀਆਂ ਹੁੰਦੀਆਂ ਹਨ ਤੇ ਲੀਡਰ ਨੂੰ ਮਾਣ ਸਨਮਾਨ ਵੀ ਸਤਿਗੁਰੂ ਜੀ ਦਾ ਦਿੱਤਾ ਹੋਇਆ ਹੀ ਬਣਨਾ ਹੁੰਦਾ ਹੈ, ਕਿਉਂਕਿ ਇਨਸਾਨ ਦੇ ਆਪਦੇ ਵੱਸ ਕੁਝ ਨਹੀਂ। ਸੋ ਇਸ ਕਰਕੇ ਇਹ ਜਿਹੜਾ ਤੁਸੀਂ ਜਿਸ ਤਰ੍ਹਾਂ ਦੇ ਜੇ ਏਕਤਾ ਜਾਂ ਇਹ ਫਰੰਟ ਇਹ ਬਣਨ ਦੇ ਬਿਲਕੁਲ ਨੇੜੇ ਹੈ। ਸਿਰਫ ਜੇ ਸਿੱਧੂ ਸਾਹਿਬ ਕੁਝ ਸੋਚਣ ਕਿ ਕਦੀ ਮੈਨੂੰ ਦਿੱਲੀ ਭੇਜ ਦਿੰਦੇ ਹਨ, ਉੱਥੋਂ ਬੇਇੱਜ਼ਤ ਕਰਕੇ ਫੇਰ ਕੈਪਟਨ ਕੋਲ ਭੇਜ ਦਿੰਦੇ ਹਨ ਤੇ ਕੈਪਟਨ ਫੇਰ ਜੋ ਉਹਨਾਂ ਦੇ ਮਨ ਦੀ ਕੋਈ ਵੀ ਗੱਲ ਨਹੀਂ ਕਰਦਾ। ਇਸ ਕਰਕੇ ਉਹਨੂੰ ਇਨਸਾਨੀਅਤ ਨਾਤੇ ਹੀ ਸੋਚ ਕੇ ਇਹਨਾਂ ਸਾਰੇ ਲੋਕਾਂ ਨੂੰ ਇਕੱਠਿਆਂ ਕਰਕੇ ਬਣੀ ਬਣਾਈ ਖੀਰ ਖਾਣ ਦਾ ਸੁਭਾਅ ਛੱਡ ਕੇ ਨਵੀਂ ਪਾਰਟੀ ਬਣਾ ਕੇ ਇੱਕ ਸੇਵਾਦਾਰ ਵਜੋਂ ਸੇਵਾ ਕਰਨ ਦੇ ਲਾਇਕ ਹੈ। ਉਹ ਸੇਵਾ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਨਾਲ ਇਕੱਠਿਆਂ ਕਰਨਾ ਚਾਹੀਦਾ ਹੈ। ਹੁਣ ਲੀਡਰ ਵੀ ਚਾਹੁੰਦੇ ਹਨ। ਤੁਸੀਂ ਇਹਦੇ ਨਾਲ ਕੀ ਫਰੰਟ, ਤੁਹਾਡਾ ਸਵਾਲ ਕੀ ਫਰੰਟ ਬਣ ਸਕਦਾ ਹੈ? ਕੀ ਨਹੀਂ ਬਣ ਸਕਦਾ ਜੇਕਰ ਇਹ ਲਾਲਚੀ ਨਾ ਹੋਣ, ਆਪਣੀ ਹੋਮਾਂ ਨੂੰ ਛੱਡ ਦੇਣ, ਕੱਲ ਨੂੰ ਕਾਲ ਦਾ ਨਾਂ ਗਿਣ ਕੇ ਤੇ ਚੰਗਿਆਈਆਂ ਵਾਲੇ ਪਾਸੇ ਆ ਜਾਣ। ਇਹ ਨਾ ਸੋਚਣ ਕਿ ਇਸ ਪਾਰਟੀ ਦਾ ਕੀ ਰਾਜ ਬਣਨਾ ਹੈ, ਇਸ ਪਾਰਟੀ ਦਾ ਬਣਨਾ ਹੈ। ਦੋਵੇਂ ਪਾਰਟੀਆਂ ਸਾਡੇ ਵਾਸਤੇ, ਪੰਜਾਬ ਵਾਸਤੇ ਬਦਨਾਮ ਹੋ ਚੁੱਕੀਆਂ ਹਨ। ਇਸ ਕਰਕੇ ਇਨਸਾਨੀਅਤ ਨੂੰ ਅੱਗੇ ਲਿਆਣ ਕੇ ਲੋਕਾਂ ਦੀ ਨਬਜ਼ ਨੂੰ ਪਛਾਣਨ ਦੀ ਲੋੜ ਹੈ। ਉਹੀ ਗੱਲ ਅਸੀਂ ਕਰ ਰਹੇ ਹਾਂ, ਕਿਉਂਕਿ ਜੇਕਰ ਆਪਾਂ ਪਿੱਛੇ ਝਾਤ ਮਾਰੀਏ ਤਾਂ ਪਿੱਛੇ ਬ੍ਰਹਮਪੁਰਾ ਸਾਹਿਬ ਤੇ ਆਮ ਆਦਮੀ ਪਾਰਟੀ ਜਾਂ ਹੋਰ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਕੀਤੀ ਸੀਗੀ, ਚਾਹੇ ਉਹ ਸੁਖਪਾਲ ਸਿੰਘ ਖਹਿਰਾ ਧੜਾ ਹੋਵੇ, ਚਾਹੇ ਲੋਕ ਇਨਸਾਫ ਪਾਰਟੀ ਦਾ ਧੜਾ ਹੋਵੇ, ਕਿ ਆਪਸ ਦੇ ਵਿੱਚ ਗੱਲਬਾਤ ਕਰਕੇ ਸਾਡੀ ਸਹਿਮਤੀ ਜਿਹੜੀ ਹੈ ਉਹ ਬਣ ਜਾਵੇ ਤੇ ਇਕੱਠੇ ਹੋ ਕੇ ਚੋਣਾਂ ਲੜੀਏ। ਤਾਂ ਆਪਾਂ ਦੇਖਿਆ ਕਿ ਜਿਮਨੀ ਚੋਣਾਂ ਜਿਹੜੀਆਂ ਹੋਈਆਂ ਸੀ ਉਹਦੇ ਵਿੱਚ ਵੀ ਇਹਨਾਂ ਦੇ ਵੱਲੋਂ ਸੀਟਾਂ ਤੇ ਨਹੀਂ ਸੀ ਜਿਹੜੀ ਹੈਗੀ ਸਹਿਮਤੀ ਬਣ ਪਾਈ। ਦੂਜੇ ਪਾਸੇ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਉਹਦੇ ਵਿੱਚ ਵੀ ਸਹਿਮਤੀ ਜਿਹੜੀ ਹੈ ਉਹ ਨਹੀਂ ਬਣ ਪਾਈ ਸੀ। ਤੇ ਹੁਣ ਜਿਹੜਾ ਹੈਗਾ ਇਹ ਨਿੱਜੀ ਹਿੱਤ ਜ਼ਰੂਰ ਛੱਡ ਸਕਦੇ ਆ। ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਹੁਣ 2022 ਦੇ ਵਿੱਚ ਜਿਹੜੀਆਂ ਫਰੰਟ ਜੇਕਰ ਬਣੇਗਾ ਉਹਨਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਆਉਣਗੀਆਂ? ਸਿੱਧੂ ਸਾਹਿਬ ਜੇਕਰ ਲੀਡਰ ਚੰਗਾ ਮਿਲ ਜਾਵੇ ਨਾ, ਜਿਸ ਤਰ੍ਹਾਂ ਸਿੱਧੂ ਆ, ਵੇਖੋ ਅੱਜ ਕਿਸਾਨੀ ਦਾ ਰੌਲਾ ਪਾ ਰਿਹਾ। ਮੈਂ ਤੁਹਾਡੇ ਸਵਾਲ ਦਾ ਜਵਾਬ ਹੀ ਦੇਣਾ ਹੈ, ਕਿਤੇ ਇਹ ਨਾ ਸੋਚ ਲੈਣਾ ਕਿ ਪਾਸੇ ਚਲੇ ਗਿਆ ਹੈ। ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਕਿਸਾਨਾਂ ਦਾ ਰੌਲਾ ਹੀ ਹੁਣ ਕਾਨੂੰਨ ਕਰਕੇ ਪਿਆ ਹੈ, ਪਰ ਇਸ ਇਨਸਾਨ ਦੇ ਵਿੱਚ ਇੱਕ ਬੜੀ ਵੱਡੀ ਫਰਾਕਦਿਲੀ ਹੈ ਕਿ ਇਸਨੇ ਜਿਹੜੀ ਬਾਰਡਰ ਬੈਲਟ ਸੀ, ਜਦੋਂ ਪਿੱਛੇ ਕਿਸਾਨਾਂ ਦੀਆਂ ਕਣਕਾਂ ਨੂੰ ਅੱਗਾਂ ਲੱਗੀਆਂ ਤੇ ਮੈਂਬਰ ਪਾਰਲੀਮੈਂਟ ਬਣ ਚੁੱਕਾ ਸੀ, ਇਸਨੇ ਆਪਣੀ ਤਨਖਾਹ ਦੇ ਵਿੱਚੋਂ ਕਿਸਾਨਾਂ ਨੂੰ ਪੈਸੇ ਦਿੱਤੇ, ਕਿਸੇ ਸਰਕਾਰ ਨੂੰ ਨਹੀਂ ਉਡੀਕਿਆ। ਜੇਕਰ ਦੂਜੇ ਲੀਡਰ ਇਸ ਦੇ ਨਾਲ
ਹੁਣ ਈਰਖਾ ਕਰਦੇ ਹਨ ਜਾਂ ਇਸ ਦੇ ਆਖੇ ਨਹੀਂ ਲੱਗਣਗੇ ਤਾਂ ਲੋਕ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਤਾਂ ਸਰਕਾਰਾਂ ਵੱਲੋਂ ਆਈਆਂ ਹੋਈਆਂ ਸਹੂਲਤਾਂ ਵੀ ਖਾ ਜਾਂਦੇ ਰਹੇ ਨੇ। ਲੋਕ ਪਛਾਣ ਕਰਦੇ ਹਨ, ਸਿਰਫ ਉਸ ਨੂੰ ਅੱਗੇ ਆਉਣ ਦੀ ਲੋੜ ਹੈ। ਜਦੋਂ ਉਹ ਅੱਗੇ ਆ ਗਿਆ ਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਲੋਕ ਪਾਰਟੀਆਂ ਤੋਂ ਪਛਾਣ ਹਟ ਚੁੱਕੇ ਹਨ, ਕਿਉਂਕਿ ਹੁਣ ਜਿਹੜੇ ਬ੍ਰਹਮਪੁਰਾ ਸਾਹਿਬ ਜਾਂ ਢੀਂਡਸਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਜਿਸ ਤਰ੍ਹਾਂ ਪਿੱਛੇ ਆ ਗਏ ਹਨ, ਇਹ ਜੇ ਇਨਸਾਨ ਹੋਣਗੇ ਤੇ ਪਿੱਛੇ ਨਹੀਂ ਮੁੜਨਗੇ। ਜੋ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਹੋਈ ਪਈ ਹੈ, ਤੇ ਇਹ ਬਦਨਾਮ ਵੀ ਇਸੇ ਕਰਕੇ ਹੋਏ ਹਨ ਕਿ ਕਦੀ ਇਹ ਪਿੱਛੇ ਮੁੜ ਜਾਂਦੇ ਹਨ, ਕਦੀ ਅੱਗੇ ਆ ਜਾਂਦੇ ਹਨ, ਤੇ ਲੋਕ ਇਹਨਾਂ ਦੇ ਆਖੇ ਨਹੀਂ ਲੱਗਦੇ। ਇਹ ਜਦੋਂ ਪਾਸੇ ਹੋ ਕੇ ਇਲੈਕਸ਼ਨਾਂ ਲੜਦੇ ਹਨ, ਇਹਨਾਂ ਨੂੰ ਲੋਕਾਂ ਨੇ ਕਦੀ ਵੀ ਵੋਟ ਨਹੀਂ ਪਾਈ, ਆਪਣੀ ਮਰਜ਼ੀ ਕੀਤੀ ਹੈ। ਸੋ ਇਸ ਕਰਕੇ ਹੁਣ ਜੇ ਇਹ ਆਗੂ ਅੱਗੇ ਆਉਂਦਾ ਹੈ ਤੇ ਇਹ ਲੋਕ ਆਪਣੇ ਆਪ ਦੀ ਪਛਾਣ ਕਰਕੇ ਮੇਰੇ ਖਿਆਲ ਦੇ ਵਿੱਚ ਜ਼ਰੂਰ ਇਸ ਨਾਲ ਹਾਮੀ ਭਰਨਗੇ, ਕਿਉਂਕਿ ਮੇਰੀ ਇਹਨਾਂ ਦੇ ਨਾਲ ਸਾਰਿਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਸੋ ਇੱਕ ਸਿੱਧੂ ਦੇ ਵਿੱਚ ਹੋਰ ਬੜੀ ਵੱਡੀ ਚੀਜ਼ ਹੈ ਕਿ ਜੇਕਰ ਸਿੱਧੂ ਜੀ ਜਿਹੜੀ ਇਮਾਨਦਾਰੀ ਦੇ ਨਾਲ ਹੀ ਇੱਕ ਪ੍ਰਗਟ ਸਿੰਘ ਹੈ ਜਿਹੜਾ ਉਹ ਆਪਣੇ ਆਪ ਨੂੰ ਉਸਦਾ ਲੀਡਰ ਮੰਨਦਾ ਹੈ। ਜੇਕਰ ਸਿੱਧੂ ਇੱਕ ਅੱਛਾ ਬੁਲਾਰਾ ਹੈ ਤੇ ਪ੍ਰਗਟ ਸਿੰਘ ਇਹਨਾਂ ਲੋਕਾਂ ਨੂੰ ਮਨਾਉਣ ਵਿੱਚ ਜ਼ਰੂਰ ਸਹਾਈ ਹੋ ਜਾਵੇਗਾ। ਮੈਂ ਉਸਦੇ ਸੁਭਾਅ ਤੋਂ ਵਾਕਿਫ ਹੈ, ਉਹ ਹਮੇਸ਼ਾ ਪੰਜਾਬ ਦੀ ਭਲਾਈ ਦੀ ਗੱਲ ਕਰਦਾ ਹੈ ਤੇ ਸਿੱਧੂ ਦੇ ਨਾਲ ਲਾ ਕੇ ਦੋਵੇਂ ਟੀਮ ਜੇ ਬਣ ਜਾਵੇ ਸਾਰੀਆਂ ਸਹਿਮਤੀਆਂ ਹੋ ਜਾਣੀਆਂ ਹਨ। ਸਿਰਫ ਪਤਾ ਨਹੀਂ ਇਹ ਇਨਸਾਨ ਕੀ ਡੀਕ ਰਿਹਾ ਹੈ, ਜਿਸ ਦੇ ਅੰਦਰ ਮਨ ਦੇ ਵਿੱਚ ਪੰਜਾਬ ਨੂੰ ਬਚਾਉਣ ਦੀ ਭਾਵਨਾ ਹੈ ਤੇ ਇਸ ਨੂੰ ਬਗੈਰ ਦੇਰੀ ਕੀਤਿਆਂ ਕਾਂਗਰਸ ਨੂੰ ਛੱਡ ਕੇ ਤੀਜਾ ਫਰੰਟ ਬਣਾਉਣਾ ਚਾਹੀਦਾ ਹੈ। ਕੀ ਲੱਗਦਾ ਹੈ ਕਿ ਆਮ ਲੋਕ ਵੀ ਸਿੱਧੂ ਨੂੰ ਆਵਾਜ਼ਾਂ ਮਾਰ ਰਹੇ ਆ, ਲੀਡਰ ਵੀ ਆਵਾਜ਼ਾਂ ਮਾਰ ਰਹੇ ਨੇ, ਤਾਂ ਫਿਰ ਨਵਜੋਤ ਸਿੰਘ ਸਿੱਧੂ ਸੋਚ ਕੀ ਰਹੇ ਨੇ, ਅੱਗੇ ਆ ਕਿਉਂ ਨਹੀਂ ਰਹੇ? ਜਦੋਂ ਸਿਆਸਤ ਦੇ ਵਿੱਚ ਕੋਈ ਵੀ ਇਨਸਾਨ ਕੰਮ ਕਰਨ ਲੱਗਦਾ ਤੇ ਉਹ ਸਿਆਸੀ ਬੰਦਿਆਂ ਵਰਗਾ ਹੀ ਸੁਭਾਅ ਬਣ ਜਾਂਦਾ ਹੈ ਉਸਦਾ। ਹੁਣ ਇਹਦੇ ਹਿਰਦੇ ਦੇ ਵਿੱਚ ਤਾਂ ਦਿਲ ਤੋਂ ਇਹ ਜ਼ਰੂਰ ਸੱਚਾ ਹੈ, ਪਰ ਉਹਨਾਂ ਦੀਆਂ ਲੂੰਬੜ ਚਾਲਾਂ ਨੂੰ ਇਹ ਸਮਝ ਚੁੱਕਾ ਹੈ। ਇਸ ਕਰਕੇ ਜਦੋਂ ਉਹਨਾਂ ਲਈ ਵੇਖਦਾ ਹੈ ਤੇ ਇਹਨੂੰ ਇੱਕ ਹੋਰ ਵੀ ਅਜੇ ਸੈਂਟਰ ਵੱਲੋਂ ਜਿਹੜੀ ਇਸ ਵੇਲੇ ਭਾਰਤ ਦੇ ਵਿੱਚ ਕਾਂਗਰਸ ਕੰਮ ਕਰ ਰਹੀ ਹੈ, ਉਸ ਦੇ ਵਿੱਚ ਵੀ ਸਿੱਧੂ ਸਾਹਿਬ ਨੂੰ ਹਾਲੇ ਥੋੜਾ ਭੁਲੇਖਾ ਹੈ ਕਿ ਸ਼ਾਇਦ ਮੈਨੂੰ ਪੰਜਾਬ ਵਿੱਚ ਵਾਗਡੋਰ ਦੇ ਦੇਣ, ਕਿਉਂਕਿ ਸਿੱਧੂ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿਹੜੀ ਆਮ ਪਾਰਟੀ ਹੈ ਉਹ ਵੀ ਦਿੱਲੀ ਤੋਂ ਹੀ ਆਪਣੀਆਂ ਕਾਰਵਾਈਆਂ ਚਲਾਉਣ ਨੂੰ ਪਹਿਲ ਦਿੰਦੀ ਹੈ। ਇਸ ਕਰਕੇ ਉਹਦਾ ਇੱਕ ਮਨ ਇਹ ਵੀ ਕੰਮ ਕਰਦਾ ਹੈ ਕਿ ਜੇਕਰ ਕਾਂਗਰਸ ਦੇ ਵਿੱਚ ਮੈਂ ਰਹਿਣਾ ਹਾਂ ਤੇ ਕੰਮ ਤੇ ਮੈਂ ਆਪਣੇ ਲੈਵਲ ਤੇ ਹੀ ਇੱਥੇ ਕਰਨੇ ਹਨ, ਪਰ ਜਦੋਂ ਪਾਲਸੀਆਂ ਪਾਰਟੀਆਂ ਦੀਆਂ ਵੇਖ ਕੇ ਉਦੋਂ ਫਿਰ ਉਹ ਕਦੀ ਇੱਧਰ ਵੱਜਣ ਵਾਲੀ ਗੱਲ ਹੈ ਜਿਹੜੀ ਉਹਦੇ ਦਿਮਾਗ 'ਚ ਆ ਰਹੀ ਹੈ। ਸੋ ਇਸ ਕਰਕੇ ਪੰਜਾਬ ਵਿੱਚ ਪਾਰਟੀ ਉਹੀ ਅੱਗੇ ਆਵੇਗੀ ਜਿਹਦਾ ਆਗੂ ਚੰਗਾ ਆ, ਤੇ ਜਿਹੜੀ ਪਾਰਟੀ ਆਪਣੀ ਵਾਗਡੋਰ ਹੈ ਜਿਹੜੀ ਪੰਜਾਬ ਨੂੰ ਖੁਦ ਫੜਾ ਦਿੱਤੀ, ਕਿਉਂਕਿ ਪੰਜਾਬ ਦੇ ਲੋਕ ਅਣਖੀਲੇ ਅਤੇ ਇੱਥੋਂ ਦੀ ਸਿਆਸਤ ਦਾ ਦੂਜੀਆਂ ਸਟੇਟਾਂ ਨਾਲੋਂ ਬਹੁਤ ਫਰਕ ਹੈ। ਸਿੱਧੂ ਇਹਨਾਂ ਚੀਜ਼ਾਂ ਨੂੰ ਵੇਂਦਾ ਹੋਇਆ ਹਾਲੇ ਕਦੀ ਗਾਂ ਤੇ ਕਦੀ ਪਛਾਣ ਵਾਲੀ ਸਥਿਤੀ ਦੇ ਵਿੱਚ ਫਸਿਆ ਹੋਇਆ ਹੈ। ਕੀ ਲੱਗਦਾ ਜੀ ਕਿ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਾਂਗਰਸ ਦੇ ਵਿੱਚ ਕੋਈ ਲੜ ਪੱਲਾ ਨਹੀਂ ਫੜਾਇਆ ਜਾ ਰਿਹਾ, ਜੋ ਸਥਿਤੀ ਹੈ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ, ਕੀ ਲੱਗਦਾ ਹੁਣ ਕਿ ਕੋਈ ਨਵਾਂ ਕਦਮ ਨਵਜੋਤ ਸਿੰਘ ਸਿੱਧੂ ਜਲਦ ਹੀ ਚੁੱਕ ਸਕਦੇ ਨੇ? ਜੇਕਰ ਇਹ ਨਵਾਂ ਫਰੰਟ ਬਣਦਾ ਤੇ ਲੀਡਰ ਆਪਣੀ ਅਗਵਾਈ ਦੇਣ ਨੂੰ ਤਿਆਰ ਨੇ, ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜਲਦ ਹੀ ਇਹਨਾਂ ਦੀ ਅਗਵਾਈ ਕਰ ਸਕਦੇ ਨਜ਼ਰ ਆ ਜਾਣਗੇ ਆਪਾਂ ਨੂੰ? ਸਿੱਧੂ ਸਾਹਿਬ, ਜੇਕਰ ਸਿੱਧੂ ਪੰਜਾਬ ਦੇ ਵਿੱਚ ਪੰਜਾਬ ਦਾ ਭਲਾ ਚਾਹੁੰਦਾ ਵਾ ਤੇ ਉਹਨੂੰ ਬਗੈਰ ਦੇਰੀ ਕੀਤਿਆਂ ਜਿੱਤਾਂ ਹਾਰਾਂ ਨੂੰ ਪਾਸੇ ਕਰਕੇ, ਜਿੱਤਾਂ ਹਾਰਾਂ ਲੋਕਾਂ ਕਰਾਉਣੀਆਂ ਹੁੰਦੀਆਂ ਹਨ, ਜੇਕਰ ਉਹ ਸਟੈਂਡ ਲੈ ਜਾਵੇ ਤੇ ਲੋਕ ਅੱਜ ਉਸਦੇ ਨਾਲ ਹਨ। ਜਿਹੜੇ ਦੋ ਪਾਰਟੀਆਂ ਤੋਂ ਬਾਹਰ ਲੀਡਰ ਹਨ ਉਹ ਵੀ ਉਹਨਾਂ ਦੇ ਨਾਲ ਹਨ, ਆਮ ਪਾਰਟੀ ਵਾਲੇ ਵੀ ਉਸ ਨੂੰ ਆਵਾਜ਼ਾਂ ਮਾਰ ਰਹੇ ਹਨ। ਪਰ ਪਿਛਲੇ ਸਾਲ ਵੀ, ਪਿਛਲੀ ਇਲੈਕਸ਼ਨ ਦੇ ਵਿੱਚ ਵੀ ਸਿੱਧੂ ਫੈਸਲਾ ਲੈਣਾ ਚਾਹੁੰਦਾ ਸੀ, ਪਰ ਜਦੋਂ ਉਸਨੇ ਵੇਖਿਆ ਕਿ ਜਿਹੜਾ ਕੇਜਰੀਵਾਲ ਹੈ ਇਹ ਵੀ ਆਪਣੀ ਹੀ ਦੂਜਿਆਂ ਨੂੰ ਨਾਦਰਸ਼ਾਹੀ ਚਲਾਉਂਦਾ ਹੈ ਤੇ ਉਹਨੇ ਇਸ ਕਰਕੇ ਫੈਸਲਾ ਨਹੀਂ ਲਿਆ। ਜੇਕਰ ਐਤਕੀ ਵੀ ਉਹ ਜਿਸ ਤਰ੍ਹਾਂ ਸੋਚ ਰਿਹਾ ਹੈ, ਉਸ ਲੀਡਰ ਨੂੰ ਕੇਜਰੀਵਾਲ ਨੂੰ ਵੀ ਲੇਖ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਇਹੀ ਸੋਚ ਅਪਣਾ ਰਿਹਾ ਹੈ ਕਿ ਜੇਕਰ ਮੈਂ ਇਧਰੋਂ ਨਿਕਲਦਾ ਹਾਂ ਤੇ ਪਾਲਸੀਆਂ ਉਹਨਾਂ ਦੀਆਂ ਵੀ ਇਹੋ ਹੀ ਹਨ, ਇਸੇ ਤਰ੍ਹਾਂ ਹੀ ਕੰਮ ਕਰਦੇ ਹਨ। ਸਿਰਫ ਇਹੋ ਉਸਦੇ ਮਨ ਵਿੱਚ ਰੋਕ ਹੈ ਔਰ ਉਹਨੂੰ ਕੋਈ ਲਾਲਚ ਨਹੀਂ ਹੈ ਕਿ ਮੈਂ ਇਹ ਕਰਾਂ, ਮੈਂ ਉਹ ਕਰ ਲੂੰਗਾ। ਸਿਰਫ ਇਸੇ ਕਰਕੇ ਆ ਕਿ ਜੇਕਰ ਮੈਂ ਅੱਜ ਇੱਥੋਂ ਪਾਸੇ ਜਾਣਾ ਹਾਂ
ਤੇ ਕੀ ਸਾਨੂੰ ਖੁਦ ਮੁਖਤਿਆਰੀ ਪੰਜਾਬ ਵਿੱਚ ਕੰਮ ਕਰਨ ਦੀ ਮਿਲਦੀ ਹੈ। ਸੋ ਇਸ ਤਰ੍ਹਾਂ ਜਿਸ ਤਰ੍ਹਾਂ ਭਗਵੰਤ ਮਾਨ ਨੇ ਉਸਦਾ ਸਵਾਗਤ ਕੀਤਾ, ਸ਼ਾਇਦ ਇਹਨਾਂ ਸਾਰੇ ਲੀਡਰਾਂ ਨੂੰ ਕੇਜਰੀਵਾਲ ਨੂੰ ਵੀ ਸਮਝਾਉਣਾ ਚਾਹੀਦਾ ਹੈ ਕਿ ਜੇਕਰ ਸਿੱਧੂ ਆ ਜਾਵੇ ਤਾਂ ਪੰਜਾਬ ਦੀ ਵਾਗਡੋਰ ਸਾਡੇ ਹੱਥ ਵਿੱਚ ਆ ਸਕਦੀ ਹੈ ਤੇ ਪੰਜਾਬ ਨੂੰ ਖੁਦ ਮੁਖਤਿਆਰੀ ਸਾਨੂੰ ਆਪਣੇ ਲੈਵਲ ਤੇ ਕੰਮ ਕਰਨ ਦੀ ਹੋਣੀ ਚਾਹੀਦੀ ਹੈ। ਕਿਉਂਕਿ ਪੰਜਾਬ ਦੇ ਨਾਲ 1984 ਤੋਂ ਲੈ ਕੇ ਹਰ ਪਾਰਟੀ ਨੇ ਸਾਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਸਾਡੇ ਨਾਲ ਧੱਕੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਾਣੀ ਸਾਡਾ ਨਹੀਂ ਰਿਹਾ, ਰਾਜਧਾਨੀ ਸਾਡੇ ਕੋਲ ਨਹੀਂ, ਬੱਚੇ ਸਾਡੇ ਸਾਰੇ ਬਾਹਰ ਚਲੇ ਗਏ, ਅਨਪੜ੍ਹਤਾ ਸਾਡੇ 'ਚ ਫੈਲ ਗਈ, ਬਿਮਾਰੀਆਂ ਸਾਡੇ 'ਚ ਵਧੀਆਂ। ਮੈਂ ਕੀ ਦੱਸਾਂ, ਲੀਡਰਸ ਖੁਦ ਸਾਡੇ ਵਿੱਚ ਪੈਦਾ ਮਾੜੇ ਸਰਕਾਰਾਂ ਨੇ ਆਪ ਕੀਤੇ ਨੇ ਕਿ ਜਿਹੜੇ ਲੋਕਾਂ ਦੀਆਂ ਪਾਲਸੀਆਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ, ਉਹਨਾਂ ਨੂੰ ਟਿਕਟਾਂ ਦੇ ਕੇ। ਪੰਜਾਬ ਦੇ ਵਿੱਚ ਹਮੇਸ਼ਾ ਕੀ ਹੁੰਦਾ ਹੈ, ਉਤਲੀਆਂ ਪਾਰਟੀਆਂ ਇਹੋ ਜਿਹੇ ਲੀਡਰ ਪੈਦਾ ਕਰ ਦਿੰਦੀਆਂ ਨੇ ਕਿ ਜਿਨ੍ਹਾਂ ਨੂੰ ਕੋਈ ਵੀ ਪੰਜਾਬ ਦੇ ਨਾਲ ਸਰੋਕਾਰ ਨਹੀਂ ਹੁੰਦਾ, ਨਾ ਉਹ ਪੰਜਾਬ ਦੇ ਲੋਕਾਂ ਨੂੰ ਸਮਝਦੇ ਨੇ। ਸੋ ਸਿੱਧੂ ਨੂੰ ਮੇਰੀ ਵੀ ਬੇਨਤੀ ਹੈ ਤੇ ਲੋਕਾਂ ਦੀ ਵੀ ਬੇਨਤੀ ਹੈ ਕਿ ਭਾਈ ਆਪਣੇ ਫੈਸਲੇ ਨੂੰ ਲਓ। 1 ਸਾਲ ਰਹਿ ਗਿਆ ਹੈ, ਜੇਕਰ ਤੁਸੀਂ ਲੇਟ ਹੋ ਜਾਂਦੇ ਜੇ ਤਾਂ ਜਿਹੜਾ ਲੇਟ ਕਈ ਨਾ ਯਾਤਰੂ ਕੋਈ ਸਟੇਸ਼ਨ ਤੇ ਗੱਡੀ ਫੜਨ ਚੱਲ ਜਾਵੇ ਤੇ ਉਹ ਨਿਕਲ ਜਾਵੇ ਤੇ ਮਗਰੋਂ ਵਾਸੀਆਂ ਲੈਂਦਾ ਰਹਿ ਜਾਂਦਾ ਹੈ। ਕਿਤੇ ਇਹ ਹਾਲਾਤ ਨਾ ਬਣ ਜਾਣ। ਜੇਕਰ ਤਹਿ ਦਿਲੋਂ ਤੁਸੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਸੌਖਿਆ ਵੇਖਣਾ ਚਾਹੁੰਦੇ ਜੇ ਤੇ ਜਿਸ ਤਰ੍ਹਾਂ ਇਹ ਸਿੱਧੂ ਸਾਹਿਬ ਦੇ ਨਾਲ ਇੱਕ ਦਿਮਾਗ ਵਧੀਆ ਸਹਿਣਸ਼ੀਲਤਾ ਦਾ ਪ੍ਰਗਟ ਸਿੰਘ ਕੰਮ ਕਰ ਰਿਹਾ ਹੈ, ਉਹ ਵੀ ਚਾਹੁੰਦਾ ਹੈ ਕਿ ਅਸੀਂ ਤੀਜਾ ਫਰੰਟ ਬਣਾਈਏ। ਇਸ ਕਰਕੇ ਇਹਨਾਂ ਦੋਹਾਂ ਨੂੰ ਭਰਾਵਾਂ ਨੂੰ ਰਲ ਕੇ ਇਸ ਪੰਜਾਬ ਦੀ ਸਿਆਸਤ ਨੂੰ ਬਦਲਣਾ ਚਾਹੀਦਾ ਹੈ ਅਤੇ ਇੱਕ ਖਿਡਾਰੀ ਹੋਣ ਦੇ ਨਾਤੇ ਵਧੀਆ ਰਾਜ ਭਾਗ ਦੇਣ ਦੀ ਕੋਸ਼ਿਸ਼ ਕਰਕੇ। ਪ੍ਰਗਟ ਸਿੰਘ ਗੱਲ ਨਹੀਂ ਕਰਦੇ ਨਵਜੋਤ, ਤੁਹਾਨੂੰ ਕੀ ਲੱਗਦਾ ਕਿ ਪ੍ਰਗਟ ਸਿੰਘ ਵੀ ਕਹਿੰਦੇ ਆ ਕਿ ਮੈਂ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਆਉਂਗਾ? ਕੀ ਲੱਗਦਾ ਨਹੀਂ ਕਿ ਜੇਕਰ ਪ੍ਰਗਟ ਸਿੰਘ ਪਹਿਲ ਕਰ ਦਿੰਦੇ ਆ ਤਾਂ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਵੀ ਨਾਲ ਹੀ ਉਹਨਾਂ ਦੇ ਆ ਜਾਣ, ਇੱਕ ਹੌਸਲਾ ਹੋ ਜਾਵੇ ਉਹਨਾਂ ਨੂੰ ਬਾਹਰ ਆਉਣ ਦਾ ਕਾਂਗਰਸ ਤੋਂ? ਜਿਹੜੇ ਖਿਡਾਰੀ ਹੁੰਦੇ ਨੇ ਸਿੱਧੂ ਸਾਹਿਬ, ਇਹ ਬੜੇ ਮਨ ਦੇ ਸਾਫ਼ ਤੇ ਸੁਥਰੇ ਹੁੰਦੇ ਨੇ। ਇਹ ਸਿਆਸਤ ਵਿੱਚ ਆਪਣੀ ਰਿਟਾਇਰਮੈਂਟ ਤੋਂ ਬਾਅਦ ਆਏ ਨੇ। ਇਹ ਜੋ ਮਨ ਦੇ ਖਿਆਲ ਇੱਕ ਦੂਜੇ ਨੂੰ ਦੇ ਦਿੰਦੇ ਨੇ ਉਸ ਤੇ ਪੂਰੇ ਨਿਭਣ ਵਾਲੇ ਨੇ। ਇਹਨਾਂ ਖਿਡਾਰੀਆਂ ਵਰਗੇ ਨਹੀਂ ਆ ਵੀ ਬਾਰੋਟਾਂ ਕੋ ਜਿਸ ਤਰ੍ਹਾਂ ਨਿਆਣੇ ਖੇਡਦੇ ਆ ਤੇ ਸਿਆਸੀ ਜਿੱਧਰ ਲਾਭ ਮਿਲਿਆ ਉਹਨੂੰ ਛੱਡ ਕੇ ਚੱਲ ਜਾਣਗੇ। ਮੇਰੇ ਖਿਆਲ ਦੇ ਵਿੱਚ ਉਹ ਦੋਵੇਂ ਇਕੱਠੇ ਹੀ ਆਉਣਗੇ, ਕਿਉਂਕਿ ਮੈਨੂੰ ਉਹਨਾਂ ਦੇ ਪਿਆਰ ਦਾ ਪਤਾ ਹੈ ਤੇ ਉਹ ਇੱਕ ਦੂਜੇ ਦਾ ਕਿੰਨਾ ਸਤਿਕਾਰ ਕਰਦੇ ਹਨ। ਪਰ ਪ੍ਰਗਟ ਸਿੰਘ ਹੈ ਜਿਹੜਾ ਇਨਸਾਨ, ਉਹ ਜਜ਼ਬਾਤੀ ਹੈ, ਉਹ ਉਹਨੂੰ ਹਲੂਣੇ ਮਾਰ ਰਿਹਾ ਹੈ ਕਿ ਸਾਨੂੰ ਪੰਜਾਬ ਵਾਸਤੇ ਕੁਝ ਕਰਨਾ ਚਾਹੀਦਾ। ਜਿੱਥੇ ਵੀ ਹੈਗੇ ਆ, ਭਾਵੇਂ ਇੱਥੇ ਆ ਭਾਵੇਂ ਕਿਤੇ ਆ, ਸਾਨੂੰ ਸਿੱਧੇ ਹੋ ਕੇ ਪੰਜਾਬ ਵੱਲ ਆਉਣਾ ਚਾਹੀਦਾ ਤੇ ਪੰਜਾਬ ਦਾ ਰਾਜ ਭਾਗ ਜਿਹੜਾ ਉਹ ਵਧੀਆ ਚਲਾਉਣਾ ਚਾਹੀਦਾ ਵਾ। ਮੈਂ ਹਮੇਸ਼ਾ ਪ੍ਰਗਟ ਸਿੰਘ ਦੀ ਇਹੋ ਹੀ ਸੋਚ ਵੇਖੀ ਹੈ। ਮੇਰੇ ਨਾਲ ਜਦੋਂ ਵੀ ਉਹਦੀ ਗੱਲਬਾਤ ਹੁੰਦੀ ਹੈ, ਉਹ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਨੌਜਵਾਨੀ ਨੂੰ ਵਧੀਆ ਵੇਖਣਾ ਚਾਹੁੰਦਾ ਹੈ। ਇਹ ਉਸ ਇਨਸਾਨ ਦੀ ਸੋਚ ਹੈ ਤੇ ਉਹ ਸਿੱਧੂ ਨੂੰ ਸਮਝਾ ਵੀ ਰਿਹਾ ਹੈ ਕਿ ਭਾਈ ਜੇਕਰ ਅਸੀਂ ਇਕੱਠੇ ਰਹਿ ਕੇ ਕਿਤੇ ਵੀ ਕੰਮ ਕਰੀਏ, ਅਸੀਂ ਪੰਜਾਬ ਦਾ ਭਲਾ ਕਰ ਸਕਦੇ ਹਾਂ। ਉਹ ਇਹ ਵੀ ਸਮਝਾ ਰਹੇ ਨੇ ਕਿ ਆਪਾਂ ਨੂੰ ਕਾਂਗਰਸ ਤੋਂ ਬਾਹਰ ਚਲ ਜਾਣਾ ਚਾਹੀਦਾ। ਬਿਲਕੁਲ। ਵੇਖੋ, ਜੇ ਉਹਨਾਂ ਨੂੰ ਕਾਂਗਰਸ 'ਚ ਘੁੱਟਣ ਮਹਿਸੂਸ ਹੁੰਦਾ ਵਾ ਤੇ 2 ਵਾਰੀ ਤੋਂ 3 ਵਾਰੀ MLA ਬਣ ਗਏ, ਉਹਨਾਂ ਦੀਆਂ ਪੈਨਸ਼ਨਾਂ ਵੀ ਲੱਗੀਆਂ ਵਾ। ਹੁਣ ਘਾਟ ਕਿਹੜੀ ਗੱਲ ਦੀ ਆ? ਜੇ ਆਜ਼ਾਦੀ ਤੌਰ ਤੇ ਕਿਸੇ ਨੇ, ਆਪਾਂ ਟੀਵੀ ਤੇ ਬੋਲ ਰਹੇ ਆ, ਜੇ ਮੇਰੇ ਅੰਦਰ ਸੱਚ ਆ ਤੇ ਮੈਂ ਉਹ ਬੋਲ ਨਹੀਂ ਸਕਿਆ ਤੇ ਮੈਂ ਬੋਲਣਾ ਕੀ ਕਰਨੂ ਆ? ਜੇਕਰ ਉਹ ਘੁੱਟਣ ਮਹਿਸੂਸ ਕਰਦੇ ਨੇ ਤੇ ਉਹਨਾਂ ਨੂੰ ਬਿਲਕੁਲ ਛੱਡ ਜਾਣਾ ਚਾਹੀਦਾ। ਉਹ ਰਹਿ ਵੀ ਦਿੰਦੇ ਹੋਣਗੇ ਵੀ ਸਾਨੂੰ ਉਹਨਾਂ ਕਿੰਨੀਆਂ ਚਿੱਠੀਆਂ CM ਨੂੰ ਲਿਖੀਆਂ ਨੇ ਪ੍ਰਗਟ ਸਿੰਘ ਨੇ ਕਿ ਸਾਡੇ ਵਿੱਚ ਕੀ ਉਣਤਾਈਆਂ ਨੇ, ਅਸੀਂ ਕੀ ਕਰ ਰਹੇ ਹਾਂ। ਉਹ ਸੱਚ ਬੋਲੀ ਜਾ ਰਿਹਾ ਉਹ ਜਦੋਂ ਦਾ ਵੀ ਬਣਿਆ ਹੈ ਤੇ ਉਹਨੂੰ ਮਿਨਿਸਟਰ ਵੀ ਇਹਨਾਂ ਬਣਾਉਣਾ ਸੀ, ਸੱਚ ਬੋਲਣ ਕਰਕੇ ਹੀ ਨਹੀਂ ਬਣਾਇਆ। ਨਹੀਂ ਤੇ ਉਸਦੇ ਨਾਂ ਨੂੰ ਇਹਨਾਂ ਵਰਤਣਾ ਸੀ ਕਿ ਸਾਡੇ ਨਾਲ ਇੱਕ ਦੁਨੀਆ ਪੱਧਰ ਦਾ ਖਿਡਾਰੀ ਹੈ ਤੇ ਉਸਦੇ ਨਾਂ ਦੇ ਨਾਲ ਆਮ ਬੰਦੇ ਸਤਿਕਾਰ ਕਰਕੇ ਉਹਦਾ ਆਮ ਜਨਤਾ ਜਿਹੜੀ ਉਹਦੇ ਨਾਲ ਜੁੜਨੀ ਸੀ, ਉਹਨੂੰ ਘਾਟਾਂ ਸੱਚ ਬੋਲਣ ਦੀਆਂ ਹੀ ਪੈ ਰਹੀਆਂ। ਬਿਲਕੁਲ। ਤਾਂ ਹੁਣ ਲੱਗਦਾ ਕਿ ਜਲਦ ਹੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਗਟ ਸਿੰਘ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਹਲੂਣਾ ਮਾਰ ਰਹੇ ਨੇ, ਕੀ ਲੱਗਦਾ ਕਿ ਜਲਦ ਹੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪ੍ਰਗਟ ਸਿੰਘ ਕੋਈ ਵੱਖਰਾ ਰਾਹ ਅਖਤਿਆਰ ਕਰ ਲੈਣਗੇ? ਵੇਖੋ, ਜਿੱਥੋਂ ਪ੍ਰਗਟ ਸਿੰਘ ਇਲੈਕਸ਼ਨ ਲੜਦਾ ਹੈ, ਜਲੰਧਰ ਹਲਕਾ ਹੈ ਉਸਦਾ, ਉਹ ਸਾਰੇ ਇਨਸਾਨ ਬੜੇ ਜਾਗਰਤੀ ਵਾਲੇ ਇਨਸਾਨ ਹਨ। ਉਹ ਬਾਹਰ ਚਲੇ ਗਏ, ਉਹਨੂੰ ਉਹਦੇ ਹਲਕੇ ਦਾ ਵੀ ਦਬਾਅ ਆ ਕਿ ਭਾਈ ਇਹ ਦੋਵੇਂ ਪਾਰਟੀਆਂ ਕੀ ਕਰ ਰਹੀਆਂ ਨੇ, ਤੁਸੀਂ ਕਿਉਂ ਸਵੱਛ ਰਾਜ ਨਹੀਂ ਦਿੰਦੇ? ਤੁਸੀਂ ਇੰਨੇ ਵੱਡੇ ਅਹੁਦੇ ਸਰਕਾਰੀ ਹੰਢਾਏ, ਤੁਸੀਂ 2 ਵਾਰੀ ਵਿਧਾਇਕ ਵੀ ਬਣੇ, ਕੀ ਤੁਸੀਂ ਉਸ ਨੂੰ ਸਲਾਹ ਕਿਉਂ ਨਹੀਂ ਦਿੰਦੇ? ਕਈ ਵਾਰ ਸਾਡੀ ਆਤਮਾ ਖੁਦ ਕੰਮ ਨਾ ਕਰੀ ਹੋਵੇ ਤੇ ਸਾਈਡ ਤੋਂ ਜਗਾਉਣ ਵਾਲੇ ਇਨਸਾਨ ਸਾਨੂੰ ਹੁੰਦੇ ਹਨ। ਇਸ ਕਰਕੇ ਪ੍ਰਗਟ ਸਿੰਘ ਹਮੇਸ਼ਾ ਉਸ ਨੂੰ ਹਲੂਣਾ ਮਾਰਦਾ ਰਹਿੰਦਾ ਹੈ ਕਿ ਲੇਟ ਨਹੀਂ ਹੋਣਾ ਚਾਹੀਦਾ। ਜਿੱਥੇ ਵੀ ਜਾਂ ਤੇ ਸਾਨੂੰ ਇੱਥੇ ਰਹਿੰਦੇ ਖੁਦ ਮੁਖਤਿਆਰੀ ਮਿਲ ਜਾਵੇ
ਤੇ ਜੇ ਨਹੀਂ ਮਿਲਦੀ ਤੇ ਸਾਨੂੰ ਪੰਜਾਬ ਦੇ ਵਿੱਚ ਤੀਜਾ ਫਰੰਟ ਬਣਾ ਕੇ ਰਾਜ ਕਰਨ ਦਾ ਮੌਕਾ ਜਿਹੜਾ ਉਹ ਕਦੀ ਖਿਜਾਉਣਾ ਨਹੀਂ ਚਾਹੀਦਾ। ਬਿਲਕੁਲ। ਤਾਂ ਪੰਨੂ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਤਾਂ ਇਹ ਸਨ ਸਰਦਾਰ ਕੁਲਵੰਤ ਸਿੰਘ ਪੰਨੂ ਸਾਹਿਬ, ਜਿਨ੍ਹਾਂ ਨੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਹਿਮ ਮੁੱਦੇ ਦੇ ਉੱਪਰ ਗੱਲਬਾਤ ਕੀਤੀ ਤੇ ਆਪਣੇ ਵਿਚਾਰ ਪੇਸ਼ ਕੀਤੇ। ਉਮੀਦ ਕਰਦੇ ਹਾਂ ਕਿ ਪੰਨੂ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।